इधर इधर गौरमेंट की फौज है, इधर गुरु की फौज है, सामने टक्कर ने सीधी। जो भी कल नूं कोई सरकार कोई वादा करदी ते पहलां साडे सीने 'च गोलियां वजणगीਆਂ। ਤੇ ਜਿਹੜੇ ਆਪਣੇ ਹੁਣ ਕਿਸਾਨ ਵੀਰ ਆ ਇਹਨਾਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ। ਐਦਾਂ ਨਹੀਂ ਜੰਗਾਂ ਲੜੀ ਜਾਂਦੀਆਂ ਸ਼ਾਂਤਮਈ। ਆ ਬਾਣੀ ਦੇ ਸਿਰ ਤੇ ਹੀ ਬੈਠੇ ਆ ਤੇ ਜ਼ਰੂਰ ਸਰ ਕੇ ਝੁਕੇਗਾ ਤੇ ਉਹ ਹੀ ਝੁਕੇਗਾ। ਅਸੀਂ ਤਾਂ ਬੈਠੇ ਆ, ਨਾ ਹੀ ਹਿੱਲਣਾ ਇੱਥੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾਵਨ ਮੀਡੀਆ। ਮੈਂ ਜਸਪ੍ਰੀਤ ਕੌਰ। ਕੇਂਦਰ ਸਰਕਾਰ ਵੱਲੋਂ 3 ਖੇਤੀ ਬਿੱਲ ਬਣਾਏ ਜਾਂਦੇ ਨੇ ਕਿਸਾਨਾਂ ਦੇ ਲਈ, ਪਰ ਸਾਡੇ ਕਿਸਾਨਾਂ ਵੀਰਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਬਿੱਲ ਨੇ ਸਾਡੇ ਹਿੱਤ ਵਿੱਚ ਨਹੀਂ ਹੈ। ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਸਾਡੇ ਕਿਸਾਨ ਵੀਰ 7.5 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਹੋਏ ਨੇ। ਦੱਸ ਦਈਏ ਕਿ ਇਸ ਵੇਲੇ ਅਸੀਂ ਖੜੇ ਹਾਂ ਸਿੰਘੂ ਬਾਰਡਰ ਦੀ ਬੈਕ ਸਾਈਡ ਦੇ ਤੇ ਉੱਥੇ ਮੇਨ ਬਾਰਡਰ ਹੈ ਸਾਹਮਣੇ। ਇੱਥੇ ਸਾਡੇ ਗੁਰੂ ਦੀਆਂ ਲਾਡਲੀਆਂ ਫੌਜਾਂ ਡਟ ਕੇ ਖੜੀਆਂ ਹੋਈਆਂ ਨੇ। ਫੌਜਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਵੀਰਾਂ ਉੱਤੇ ਕੋਈ ਵੀ ਆਂਚ ਆਉਂਦੀ ਹੈ, ਸਰਕਾਰ ਕੋਈ ਵੀ 19 ਕੀ ਕਰਦੀ ਹੈ ਤਾਂ ਉਹਦੇ ਵਾਸਤੇ ਢਾਲ ਬਣ ਕੇ ਖੜੇ ਹੋਏ ਨੇ, ਉਸ ਮੇਨ ਬਾਰਡਰ ਦੇ ਪਿੱਛੇ ਖੜੇ ਹੋਏ ਨੇ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਦੇ ਬਾਰਡਰ ਦੇ ਬੈਕ ਸਾਈਡ ਲੰਗਰ ਸੇਵਾ ਹੈ ਤੇ ਅਸੀਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਨਾਮ ਤੁਹਾਡਾ? ਸਵੇਗ ਸਿੰਘ ਜੀ, ਜਥੇਦਾਰ। ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਲੰਗਰ ਦੀ? ਜੀ ਸਾਨੂੰ ਹੋ ਗਏ ਨੇ ਇੱਥੇ ਜੀ 7.5 ਮਹੀਨੇ ਹੋ ਗਏ ਨੇ ਇੱਥੇ ਸੇਵਾ ਨਿਭਾ ਰਹੇ ਹਾਂ। ਤੇ ਇੱਥੇ ਜਿਹੜੇ ਬਾਰਡਰ ਸਿੰਘੂ ਬਾਰਡਰ ਦੇ ਉੱਤੇ ਅਸੀਂ ਬੈਠੇ ਹਾਂ ਤੇ ਸਾਡੇ ਜੋ ਵੀ ਇੱਥੇ ਕਿਸਾਨ ਦੇ ਉੱਤੇ ਹਮਲਾ ਹੁੰਦਾ ਜਾਂ ਸਰਕਾਰ ਕੋਈ ਵੀ ਕਾਨੂੰਨ ਪਾਸ ਮਤਲਬ ਹਮਲਾ ਕਰਦੀ ਹੈ, ਪਹਿਲਾਂ ਸਾਨੂੰ ਇੱਥੇ ਕੁਛ ਕਰਕੇ ਫਿਰ ਅੱਗੇ ਸਰਕਾਰ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਹੜੇ ਅੱਗੇ ਬੈਠੇ ਨੇ ਉਹਨਾਂ ਨੇ ਆਪਣਾ ਧਰਨਾ ਸਾਰਾ ਨੇ ਲਾਇਆ ਹੋਇਆ। ਸਾਰਿਆਂ ਨੇ ਮਤਲਬ ਇੱਥੇ ਸਟੇਜ ਵੀ ਲੱਗੀ ਹੈ ਸਾਡੀ, ਤੇ ਉਹ ਸਾਨੂੰ ਮਾਰ ਕੇ ਪਹਿਲਾਂ ਤਾਂ ਅਗਲਿਆਂ ਨੂੰ ਜਾ ਕੇ ਕੁਛ ਕਰ ਸਕਦੇ ਆ। ਅਸੀਂ ਇੱਥੇ ਸੇਵਾ ਨਿਭਾ ਰਹੇ ਹਾਂ। 7.5 ਮਹੀਨੇ ਹੋ ਗਏ ਨੇ ਸਾਨੂੰ ਇੱਥੇ ਬੈਠਿਆਂ ਨੂੰ। ਬਾਬਾ ਜੀ, ਕਿੰਨੇ ਸਾਡੇ ਕਿਸਾਨ ਵੀਰ ਸ਼ਹੀਦ ਹੋ ਚੁੱਕੇ ਨੇ ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। ਕਿੰਨੇ ਸਮੇਂ ਤੋਂ ਆਪਾਂ ਇਦਾਂ ਸੰਘਰਸ਼ ਦੇ ਵਿੱਚ ਰਵਾਂਗੇ? ਅਸੀਂ ਜੀ ਦੇਖੋ, ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਜਿਹੜੇ ਰੱਦ ਨਹੀਂ ਨਾ ਕਰਦੀ ਸਰਕਾਰ, ਮੋਦੀ ਨੂੰ ਇਹ ਅਸੀਂ ਕਹਿੰਦੇ ਆ ਵੀ ਮੋਦੀ ਸਾਹਿਬ ਤੁਸੀਂ ਅਜੇ ਵੀ ਬਹੁਤ ਸਿਆਣੇ ਹੋ, ਠੀਕ ਹੋ, ਤੇ ਅਜੇ ਵੀ ਤੁਸੀਂ ਇਸ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਥੋਪੇ ਆ ਤੁਸੀਂ ਇਹਨੂੰ ਰੱਦ ਕਰ ਦਿਓ ਤੇ ਠੀਕ ਰਹੋਗੇ, ਨਹੀਂ ਤੇ ਅਸੀਂ ਇੱਥੇ ਹੀ ਬੈਠੇ ਰਹਾਂਗੇ। ਜੇ ਸਮਝੋ ਨਾ, ਤੁਸੀਂ ਸਮਝੋ ਵੀ ਇੱਥੋਂ ਅਸੀਂ ਤੁਰ ਜਾਾਂਗੇ, ਅਸੀਂ ਜਾਂ ਮਾਰਾਂਗੇ ਤੇ ਜਾਂ ਮਰਾਂਗੇ। ਤੇ ਇਹ ਲੰਗਰ ਹਾਲੇ ਆਪਣਾ ਬੁੱਢੇ ਦਲ ਦਾ ਬਾਬਾ ਬਾਣ ਸਿੰਘ 96 ਕਰੋੜੀ ਬੁੱਢਾ ਦਲ ਤੇ 7.5 ਮਹੀਨਿਆਂ ਤੋਂ ਇੱਥੇ ਸੇਵਾ ਕਰ ਰਹੇ ਨੇ। ਹੋਰ ਸਿੰਘ ਨੇ ਸਾਡੇ ਆ ਭਾਈ ਸਾਡਾ ਇਹ ਆਪਣਾ ਰਾਗੀ ਸਿੰਘ ਆਪਣਾ ਦਰਬਾਰ ਸਾਹਿਬ ਦਾ, ਤੇ ਹੋਰ ਸਾਡੇ ਇੱਧਰ ਘੋੜੇ ਆ। ਹਾਂਜੀ ਬਾਬਾ ਜੀ, ਇਹੀ ਖਾਸ ਗੱਲ ਅਸੀਂ ਪੁੱਛਣਾ ਚਾਹੁੰਦੇ ਆ। ਘੋੜੇ ਰੱਖੇ ਗਏ ਨੇ ਤੁਹਾਡੇ ਵੱਲੋਂ ਤੇ ਗਸ਼ਤ ਕੀਤੀ ਜਾਂਦੀ ਹੈ, ਮੋਰਚੇ ਦੇ ਵਿੱਚ ਨਿਗਰਾਨੀ ਰੱਖੀ ਜਾਂਦੀ ਹੈ, ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਘੋੜੇ ਆ ਜੀ, ਦੇਖੋ ਕੱਲ ਨੂੰ ਸਰਕਾਰ ਕੋਈ ਸਾਡੇ ਤੇ ਵਾਅਦਾ ਕਰਦੀ ਆ ਜਾਂ ਕੋਈ ਸਾਡੇ ਤੇ ਹਮਲਾ ਕਰਦੀ ਆ, ਅਸੀਂ ਇਹ ਪਿਛਾਂ ਤੇ ਹਟਣ ਵਾਲੇ ਬੰਦੇ ਹੈ ਨਹੀਂ, ਨਾ ਹੀ ਅਸੀਂ ਸਰਕਾਰ ਕੋਈ ਸਾਡੇ ਤੇ ਮਤਲਬ ਕੋਈ ਵੀ ਹਮਲਾ ਕਰਦੀ ਮੋਦੀ ਤੇ ਅਸੀਂ ਪਿਛਾਂ ਹਟਣ ਵਾਲੇ ਤੇ ਫੌਜ ਹੈ ਨਹੀਂ। ਤੇ ਦੂਜੀ ਗੱਲ ਇਹ ਵੇ, ਅਸੀਂ ਜੇ ਸਰਕਾਰ ਸਾਡੇ ਤੇ ਹਮਲਾ ਕਰੇਗੀ ਤੇ ਅਸੀਂ ਆਪਣੀਆਂ ਛਾਤੀਆਂ ਦੇ ਉੱਤੇ ਖਾਵਾਂਗੇ। ਬਾਬਾ ਜੀ, ਜੋ 50 ਤੋਂ ਵੀ ਵੱਧ ਤੁਸੀਂ ਘੋੜੇ ਰੱਖੇ ਹੋਏ ਨੇ ਤਾਂ ਉਹਨਾਂ ਦੇ ਖਾਣ ਪੀਣ ਦਾ ਕਿਵੇਂ ਪ੍ਰਬੰਧ ਕੀਤਾ ਗਿਆ ਹੈ? ਸਾਨੂੰ ਅਸੀਂ ਝਾਤ ਮਰਵਾਉਣਾ ਚਾਹੁੰਦੇ ਆ ਘੋੜਿਆਂ ਦੀ। ਕੋਈ ਨਹੀਂ, ਖਾਣ ਪੀਣ ਦਾ ਦੇਖੋ ਸੰਗਤ ਪੰਜਾਬ ਦੀ ਵੀ ਤੇ ਸਾਡੇ ਹਰਿਆਣੇ ਦੀ ਵੀ, ਉਹ ਸੰਗਤ ਸਾਰੇ ਹੀ ਇਕੱਠੇ ਕਰਕੇ ਆਪਣੀ ਤੂੜੀ ਵੀ ਪੱਠਾ ਜੋ ਵੀ ਹੈ ਘੋੜਿਆਂ ਵਾਸਤੇ ਦਾਣਾ ਵੀ ਲਿਆਉਂਦੀ ਹੈ, ਤੂੜੀ ਵੀ ਲਿਆਉਂਦੀ ਹੈ। ਤੇ ਇਸ ਸੰਯੁਕਤ ਮੋਰਚੇ ਦੇ ਉੱਤੇ ਸਾਡਾ ਸੰਗਤ ਸਾਥ ਦਿੰਦੀ ਵੀ ਹੈ, ਬਹੁਤ ਵਧੀਆ। ਜਿੱਦਾਂ ਕਿ ਅਸੀਂ ਹੁਣ ਘੋੜਿਆਂ ਦੇ ਤਬੇਲੇ ਵਿੱਚ ਪਹੁੰਚ ਚੁੱਕੇ ਆ, ਕਿੰਨੇ ਸਿੰਘ ਇਹਨਾਂ ਦੀ ਸੇਵਾ ਕਰਦੇ ਨੇ, ਕਿੰਨੇ ਘੋੜੇ ਰੱਖੇ ਹੋਏ ਨੇ? ਜਿੱਦਾਂ ਕਿ ਬਾਬਾ ਜੀ ਸਾਨੂੰ ਪਤਾ ਲੱਗਿਆ ਕਿ ਕਈ ਘੋੜੇ ਇੱਥੇ ਸ਼ਹੀਦ ਵੀ ਹੋ ਚੁੱਕੇ ਨੇ 26 ਜਨਵਰੀ ਵੇਲੇ, ਤਾਂ ਕੀ ਕਹਿਣਾ ਚਾਹੁੰਦੇ? ਵੀ ਦੇਖੋ, ਸ਼ਹੀਦ ਹੋਏ ਸੀ ਸਾਡੇ ਘੋੜੇ, 2-3 ਸ਼ਹੀਦ ਹੋਏ ਸੀ ਘੋੜੇ, 1-2-4 ਸਾਡੇ ਵੀਰ ਸਨ ਜਿਹੜੇ ਉਹ ਜਦੋਂ ਅਸੀਂ ਲਾਲ ਕਿਲੇ ਤੇ ਗਏ ਆ ਉਦੋਂ ਸ਼ਹੀਦ ਹੋਏ ਸੀ ਉਹ। ਹਾਂਜੀ, ਉਦੋਂ ਬਾਅਦ ਘੋੜਿਆਂ ਦੇ ਕਾਰਨ ਅਸੀਂ ਮਤਲਬ ਮਾਰ ਦੀ ਕਿਰਪਾ ਨਾਲ
ਆ ਤੇ ਗਏ ਆ ਘੋੜੇ ਸਾਡੇ ਜਿਹੜੇ ਸ਼ਹੀਦ ਹੋਏ ਸੀ। ਫਿਰ ਵੀ ਸੰਗਤ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਘੋੜਿਆਂ ਦੀ ਵੀ ਸੇਵਾ ਕਰੋ ਆ ਕੇ, ਤੇ ਵੱਧ ਤੋਂ ਵੱਧ ਵੀ ਸੰਗਤ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਹੁਣ ਮੋਰਚੇ ਦੇ ਉੱਤੇ ਖੜੇ ਆ, ਅਸੀਂ ਮੋਰਚੇ ਦੇ ਉੱਤੇ ਖੜੇ ਆ, ਤੁਹਾਨੂੰ ਇਹ ਹੀ ਸੂਚਨਾ ਦੇਣਾ ਚਾਹੁੰਦੇ ਹਾਂ ਅਸੀਂ। ਮੈਂ ਅਪੀਲ ਕਰਨਾ ਚਾਹੁੰਦਾ ਸਵੇਗ ਸਿੰਘ ਜੀ ਸਫੀਦੋਂ ਤੋਂ, ਹਰਿਆਣੇ ਤੋਂ ਹੀ, ਤੇ ਇਹ ਅਪੀਲ ਕਰਨੇ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਸੰਗਤ ਆਏ ਇੱਥੇ, ਵੱਧ ਤੋਂ ਵੱਧ ਜਿੰਨਾ ਇੱਥੇ ਸੰਗਤ ਆਏਗੀ ਹਰਿਆਣੇ ਦੀ, ਪੰਜਾਬ ਦੀ, ਸਾਰੇ ਵੀਰਾਂ ਨੂੰ ਮੈਂ ਸੂਚਨਾ ਦੇਣਾ ਚਾਹੁੰਦਾ ਵੀ ਵੱਧ ਤੋਂ ਵੱਧ ਇੱਥੇ ਆਓ ਤੇ ਆਪਣੇ ਮੋਰਚੇ ਨੂੰ ਹੋਰ ਇਦੋਂ ਚੜ੍ਹਦੀ ਕਲਾ ਵੱਲ ਕਰੀਏ ਤੇ ਆਪਾਂ ਇਹਨੂੰ ਜਿੱਤੀਏ। ਜਿੱਦਾਂ ਕਿ ਬਾਬਾ ਜੀ ਨੇ ਕਿਹਾ ਕਿ ਜਿਹੜੀ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਆਉਣ ਤਾਂ ਜੋ ਜਿਹੜਾ ਸਾਡਾ ਮੋਰਚਾ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਸਕੇ। ਸਾਡੇ ਨਾਲ ਕੁਝ ਹੋਰ ਸਿੰਘ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ? ਦਾਰਾ ਸਿੰਘ ਜੀ। ਕੀ ਸੇਵਾ ਨਿਭਾ ਰਹੇ ਹੋ ਇੱਥੇ? ਸੇਵਾ ਇੱਥੇ ਗ੍ਰੰਥੀ ਸਿੰਘ ਦੀ, ਰਾਗੀ ਸਿੰਘ ਦੀ ਸਵੇਰੇ ਉੱਠ ਕੇ ਕੀਰਤਨ ਕਰੀ, 10 ਸਾਰੀ ਵਾਰ ਤੇ ਕੀਰਤਨ ਹੁੰਦਾ ਇੱਥੇ। ਹਰ ਟਾਈਮ ਬਾਣੀ ਦੇ ਪਾਠ ਚੱਲਦੇ ਰਹਿੰਦੇ ਆ। ਸਵੇਰੇ 12 ਵਜੇ ਤੋਂ ਪਾਠ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ 4 ਘੰਟੇ ਨਿਤਨੇਮ ਹੁੰਦਾ, ਫਿਰ ਆਸਾਰੀ ਵਾਰ ਦਾ ਦਰਗਾਹੀ ਲਾਈ ਕੀਰਤਨ ਹੁੰਦਾ। ਉਸ ਤੋਂ ਬਾਅਦ ਫਿਰ ਸਿੰਘ ਸਾਰੇ ਘੋੜਿਆਂ 'ਚ ਆ ਜਾਂਦੇ, ਸੇਵਾ ਕਰਦੇ ਆ ਘੋੜਿਆਂ ਦੀ। ਤੇ 26 ਤਰੀਕ ਨੂੰ ਸਾਡੇ ਘੋੜੇ ਵੀ ਸ਼ਹੀਦ ਹੋਏ ਸਨ ਤੇ 3 ਘੋੜੇ ਸ਼ਹੀਦ ਹੋਏ ਸੀ। ਇੱਕ ਘੋੜਾ ਗਹਿਣਾ ਸੀ, ਗਹਿਣੇ ਨਾਮ ਦਾ ਘੋੜਾ, ਮੋਰ ਨਾਮ ਦਾ ਘੋੜਾ। ਜਿਹੜਾ ਗਹਿਣੇ ਨਾਮ ਦਾ ਘੋੜੀ ਉਹ ਤੇ ਮੈਂ ਆਪ ਸਵਾਰ ਸੀਗਾ ਤੇ ਉਹ 26 ਵਾਲੇ ਦਿਨ ਅਥਰੂ ਗੈਸ ਜਦੋਂ ਗੋਲੇ ਛੱਡੇ ਫੌਜ ਵੱਲੋਂ ਤੇ ਉਹ ਘੋੜੇ ਨੂੰ ਗੈਸ ਚੜ੍ਹ ਗਈ ਅਥਰੂ ਗੈਸ ਦੇ ਗੋਲਿਆਂ ਨਾਲ ਤੇ ਉਹ ਘੋੜਾ ਸਾਡਾ ਦਿੱਲੀ ਪੜਾਇਆ, ਰੱਬ ਦਾ ਕੁੱਤਾ, ਪੁਰਾਣੀ ਆਜ਼ਾਦ ਮੰਡੀ ਉੱਥੇ ਘੋੜਾ ਉਹ ਸ਼ਹੀਦ ਹੋਇਆ ਸੀ। ਤੇ ਉਸ ਤੋਂ ਬਾਅਦ ਪੰਜਾਬੀਆਂ ਵੱਲੋਂ, ਆਪਣੇ ਪੰਜਾਬ ਵੀਰਾਂ ਵੱਲੋਂ ਅਤੇ ਹਰਿਆਣੇ ਵੀਰਾਂ ਵੱਲੋਂ ਘੋੜੇ ਵੀ ਸਾਨੂੰ ਦਿੱਤੇ ਗਏ। 5-6 ਘੋੜੇ ਆਏ ਸੀ, ਹੋਰ ਅਰਦਾਸੇ ਹੋਏ ਆ ਵੀ ਸਿੰਘਾਂ ਦੇ ਘੋੜੇ ਸ਼ਹੀਦ ਹੋਏ, ਆਪਾਂ ਇਹਨਾਂ ਨੂੰ ਘੋੜੇ ਵੀ ਦਈਏ। ਤੇ ਮਹਾਰਾਜ ਦੇ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਵੀ ਇੱਥੇ ਬੁੱਢਾ ਦਲ ਦੇ ਪਲੇ ਪਲਾਈ ਭਚੰਗੀ ਦੇ ਪਲੇ ਪਲਾਈ ਘੋੜੇ ਆਉਣਗੇ ਤੇ ਮਹਾਰਾਜ ਦੀ ਬਹੁਤ ਕਿਰਪਾ ਇੱਥੇ। ਬਾਕੀ ਢਿੱਲ ਕਿਸਾਨ ਵੀਰਾਂ ਥੋੜ੍ਹੀ ਜਿਹੀ ਇੱਥੇ ਹੁਣ ਮੋਰਚਾ ਵੱਧ ਤੋਂ ਵੱਧ ਇੱਥੇ ਵੀ ਕਿਸਾਨ ਵੀਰ ਪਹੁੰਚਣ ਤਾਂ ਜੋ ਆਪਾਂ ਇਹਨਾਂ ਦਾ ਆਪਣੇ ਜਿਹੜੇ ਹੱਕ ਆ ਉਹ ਆਪਾਂ ਵਾਪਸ ਲੈ ਸਕੀਏ। ਇੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਮਾਰ ਸਿੰਘ ਜੀ ਕਾਲੀ 96 ਕਰੋੜੀ, ਉਹਨਾਂ ਦੀ ਫੌਜ ਸਾਰੀ ਇੱਥੇ ਡਟੀ ਹੋਈ ਹੈ। ਸਾਰੇ ਘੋੜੇ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਆ। ਤੇ ਬਾਬਾ ਜੀ ਘੋੜੇ ਤਾਂ ਸ਼ਹੀਦ ਹੋਏ ਨੇ, ਨਾਲ ਸਾਡੇ ਇੰਨੇ ਕਿਸਾਨ ਵੀਰ ਜਿਹੜੇ ਸ਼ਹੀਦ ਹੋ ਚੁੱਕੇ ਨੇ, ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ ਵੀ ਕੀ ਇੱਦਾਂ ਹੀ ਅਸੀਂ ਸੰਘਰਸ਼ ਲੜਦੇ ਰਵਾਂਗੇ? ਕੋਈ ਅੱਗੇ ਸੰਘਰਸ਼ ਦਾ ਕੋਈ ਹੱਲ ਨਿਕਲੇਗਾ ਕਿ ਨਹੀਂ? ਦੇਖੋ ਜੀ, ਜਾਤ ਮਹਾਰਾਜ ਨੇ 10ਵੇਂ ਗ੍ਰੰਥ ਮਹਾਰਾਜ 'ਚ ਬਾਣੀ 'ਚ ਲਿਖਿਆ ਹੋਇਆ, ਜਾਤ ਗੋ ਸਿੰਘਨ ਕੀ ਦੰਗਾ ਸਤਿਗੁਰ ਤੇ ਮੰਗਾ। ਮਹਾਰਾਜ ਨੇ ਪਹਿਲੇ ਲਿਖਤਾ ਪੁਰਾਣੇ ਸਮੇਂ 'ਚ ਵੀ, ਆਉਣ ਵਾਲੇ ਸਮੇਂ 'ਚ ਕੀ ਹਾਲ ਹੋਣਾ। ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਝੂਲੇਗਾ ਸੀਸ ਪਰ ਬੜੀ ਕਰੇਗੀ ਮੌਜ। ਮਹਾਰਾਜ ਦੇ ਆਪਣੀ ਜੰਗ ਬਹੁਤ ਤਗੜੀ ਜੰਗ ਹੋਣੀ ਆ। ਆਉਣ ਵਾਲੇ ਭਿਆਨਕ ਸਮਾਂ ਜਿਹੜਾ ਆਈ ਜਾਂਦਾ ਵੀ ਸ਼ਸਤਰ ਧਾਰੀਓ ਅਸੀਂ ਦੇਖਣ ਨੂੰ ਬਹੁਤ ਕੁਝ ਮਿਲਦਾ। ਤੇ ਜਿਹੜੇ ਆਪਣੇ ਹੁਣ ਕਿਸਾਨ ਵੀਰ ਆ ਇਹਨਾਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ। ਇੱਦਾਂ ਨਹੀਂ ਜੰਗਾਂ ਲੜੀ ਜਾਂਦੀਆਂ ਸ਼ਾਂਤਮਈ, ਸ਼ਸਤਰਧਾਰੀ ਹੋਣਾ ਪੈਣਾ ਸਾਰਿਆਂ ਨੂੰ। ਪਹਿਲਾਂ ਵੀ ਮਹਾਰਾਜ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਹਾਰਾਜ ਕਿਸਾਨ ਵੀਰਾਂ ਨੂੰ ਜ਼ਮੀਨਾਂ ਉਦੋਂ ਵੀ ਵੰਡੀਆਂ ਸੀ, ਜੰਗ ਯੁੱਧ ਕੀਤੇ ਤਾਂ ਵੰਡੀਆਂ ਸੀ। ਸ਼ਸਤਰਧਾਰੀ ਹੋਣਾ ਪੈਣਾ ਤੇ ਬਾਣੀ ਬਾਣਾ ਤੁਹਾਨੂੰ ਧਾਰਨ ਕਰਨਾ ਪੈਣਾ ਤੇ ਤਾਂ ਕਰਕੇ ਫਿਰ ਆਪਾਂ ਮੋਰਚਾ ਉਹ ਕਰ ਸਕਦੇ ਹਾਂ। ਧੰਨਵਾਦ। ਬਾਬੇ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਸੰਗਤਾਂ ਨੂੰ? ਅਪੀਲ ਇਹ ਹੈ ਜੀ, ਸੰਗਤਾਂ ਨੂੰ ਇਹ ਆਖਣਾ ਚਾਹੁੰਦੇ ਹਾਂ ਅਸੀਂ ਵੀ ਇੱਕ ਤਾਂ ਤੂੜੀ ਤੇ ਦਾਣਾ ਘੋੜਿਆਂ ਵਾਸਤੇ ਇਹ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਹੈ ਜੀ, ਘੋੜਿਆਂ ਵਾਸਤੇ ਵੱਧ ਤੋਂ ਵੱਧ ਦਾਣਾ ਤੇ ਤੂੜੀ ਦਾ ਪ੍ਰਬੰਧ ਕੀਤਾ ਜਾਏ। ਇਹ ਸਾਡੀ ਅਪੀਲ ਆ ਸੰਗਤ ਵਾਸਤੇ। ਤੇ ਹੋਰ ਆਪਾਂ ਅਜੇ ਵੀ ਇਹੀ ਗੱਲ ਕਹਿੰਦੇ ਆ ਵੀ ਆਪਾਂ ਇਸ ਮੋਰਚੇ ਨੂੰ ਹੋਰ ਤਗੜਾ ਕਰੀਏ, ਵੱਧ ਤੋਂ ਵੱਧ ਸੰਗਤ ਆਏ, ਵੱਧ ਤੋਂ ਵੱਧ ਇੱਥੇ ਆ ਵੇਖੋ ਇੱਧਰ ਫੌਜ ਏ, ਇੱਧਰ ਗੌਰਮੈਂਟ ਦੀ ਫੌਜ ਏ, ਇੱਧਰ ਗੁਰੂ ਦੀ ਫੌਜ ਏ, ਸਾਹਮਣੇ ਟੱਕਰ ਨੇ ਸਿੱਧੀ। ਜੋ ਵੀ ਕੱਲ ਨੂੰ ਕੋਈ ਸਰਕਾਰ ਕੋਈ ਵਾਅਦਾ ਕਰਦੀ ਤੇ ਪਹਿਲਾਂ ਅਸੀਂ ਸਾਡੇ ਸੀਨੇ 'ਚ ਗੋਲੀਆਂ ਵੱਜਣਗੀਆਂ, ਫਿਰ ਅੱਗੇ ਜਾ ਕੇ ਕਿਸਾਨਾਂ ਨੂੰ ਕੁਝ ਵੀ ਕਰ ਸਕਦੇ ਨੇ। ਇਹ ਤੁਹਾਨੂੰ ਪਤਾ ਹੀ ਆ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ
ਭਰੇ ਆ ਮਹਾਰਾਜ ਦੇ। ਵੇਖੋ ਇਹ ਐ ਨਹੀਂ ਬੈਠੇ ਖਾਲੀ ਹੱਥੀ ਅਸੀਂ। ਆ ਵੇਖੋ ਆ ਸ਼ਸਤਰ ਇਸੇ ਵਾਸਤੇ ਭਰੇ ਆ ਜਿਹੜੇ ਮੋਦੀ ਸਮਝੇ ਅਸੀਂ ਖਾਲੀ ਬੈਠੇ ਹੈਗੇ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਬਾਬਾ ਜੀ ਦੀ ਬੀੜ ਸਾਹਮਣੇ ਖੜੇ ਹੋਏ ਆ। ਤੁਸੀਂ ਪੜ੍ਹ ਸਕਦੇ ਹੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਵਿਸ਼ਵ। ਜਿੱਦਾਂ ਕਿ ਗੁਰੂ ਦੀ ਲਾਡਲੀਆਂ ਫੌਜਾਂ ਵੱਲੋਂ ਇੱਥੇ ਰਾਤ ਦੇ 12 ਵਜੇ ਤੋਂ ਸਵੇਰੇ 7 ਵਜੇ ਤੱਕ ਗੁਰੂ ਦੀਆਂ ਲਾਡਲੀਆਂ ਸੰਗਤਾਂ ਵੱਲੋਂ ਇੱਥੇ ਸੇਵਾ ਨਿਭਾਈ ਜਾਂਦੀ ਹੈ। ਗੁਰੂ ਦੀ ਬਾਣੀ ਹੁੰਦੀ ਹੈ 12 ਵਜੇ ਤੋਂ ਲੈ ਕੇ 7 ਵਜੇ ਤੱਕ। ਤੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਜੁੜ ਚੁੱਕੀਆਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਸਾਨੂੰ ਪਤਾ ਲੱਗਿਆ ਸਾਡੇ ਗੁਰੂ ਦੀ ਲਾਡਲੀ ਫੌਜ 'ਚ ਇੱਕ ਬਾਬਾ ਜੀ ਨੇ ਜਿਹੜੇ 7.5 ਮਹੀਨੇ ਤੋਂ ਇੱਥੇ ਆਏ ਹੋਏ ਨੇ ਤੇ ਇੱਕ ਵਾਰ ਵੀ ਆਪਣੇ ਘਰ ਨਹੀਂ ਗਏ। ਇਸ ਤਰ੍ਹਾਂ ਜੀ ਜਿੰਨੇ ਇੱਥੇ ਸਿੰਘ ਡਿਊਟੀ ਨਿਭਾ ਰਹੇ ਨੇ ਉਹ ਕੋਈ ਵੀ ਨਹੀਂ ਕਰ ਗਿਆ। ਉਹ 7.5 ਮਹੀਨਿਆਂ ਤੋਂ ਹੀ ਇੱਥੇ ਨੇ। ਬੁੱਢੇ ਦਲ ਦੇ ਵਿੱਚ ਇੱਕ ਬਾਬਾ ਜੀ ਬਾਬਾ ਪ੍ਰੀਤਮ ਸਿੰਘ ਜੀ ਨੇ, ਇਹ ਬਾਬਾ ਜੀ ਨੇ ਆਪਣੇ ਇਹ ਨੇ ਆਪਣਾ ਬਾਬਾ ਜੀ ਨੇ, ਇਹ ਵੀ 7.5 ਮਹੀਨਿਆਂ ਤੋਂ, ਅਸੀਂ ਵੀ ਇਹਨਾਂ ਦੇ ਨਾਲ ਹਾਂ 7.5 ਮਹੀਨਿਆਂ ਤੋਂ ਇੱਥੇ ਹੀ ਹਾਂ। ਹਾਂਜੀ ਬਾਬਾ ਜੀ ਸੇਵਾ ਨਿਭਾ ਰਹੇ ਹੋ 7.5 ਮਹੀਨਿਆਂ ਤੋਂ, ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਰੀ, ਕੀ ਕਹਿਣਾ ਚਾਹੁੰਦੇ? ਸਰਕੇ ਕੀ ਬਾਣੀ ਚੱਲ ਰਹੀ ਆ, ਬਾਣੀ ਦੇ ਸਿਰ ਤੇ ਹੀ ਬੈਠੇ ਆ ਤੇ ਜ਼ਰੂਰ ਸਰਕੇ ਝੁਕੇਗਾ ਤੇ ਉਹ ਹੀ ਝੁਕੇਗਾ। ਅਸੀਂ ਤਾਂ ਬੈਠੇ ਆ, ਨਾ ਹੀ ਹਿੱਲਣਾ ਇੱਥੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਸਵੇਰੇ 1 ਵਜੇ ਤੋਂ ਲੈ ਕੇ ਤੇ 7 ਵਜੇ ਤੱਕ ਇੱਥੇ ਬਾਣੀ ਚੱਲਦੀ ਹੈ। ਮਹਾਰਾਜ ਬੁੱਢੇ ਦਲ ਦੀ ਪਾਲਕੀ ਸਾਹਿਬ ਇੱਥੇ ਤੇ 7.5 ਮਹੀਨਿਆਂ ਤੋਂ ਅਸੀਂ ਇੱਥੇ ਬੈਠੇ ਹੋਏ ਹਾਂ। ਅਜੇ ਤੱਕ ਕੋਈ ਵੀ ਜੂੰ ਨਹੀਂ ਸਰਕਰੀ। ਸਰਕਾਰ ਦੇ ਕੰਨਾਂ ਦੇ ਵਿੱਚ ਕੋਈ ਵੀ ਕਿਸੇ ਗੱਲ ਦੀ ਵੀ ਨਹੀਂ ਜੂੰ ਸਰਕਰੀ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਮੋਦੀ ਜੀ ਤੁਸੀਂ ਆਪਣੇ ਕਾਲੇ ਕਾਨੂੰਨ ਵਾਪਸ ਲਓ ਤੇ ਸਾਨੂੰ ਵੀ ਘਰਾਂ ਨੂੰ ਜਾਣ ਦਿਓ, ਕਿਉਂਕਿ ਇੱਥੇ ਜੇ ਤੁਸੀਂ ਆਪਣੇ ਕਾਨੂੰਨ ਵਾਪਸ ਨਾ ਲਏ ਤੇ ਅਸੀਂ ਇੱਥੇ ਮਰਾਂਗੇ ਜਾਂ ਅਸੀਂ ਇੱਥੋਂ ਉੱਠਣਾ ਹੀ ਨਹੀਂ। ਅੱਬਲ ਤੇ ਉੱਠਦੇ ਹੀ ਨਹੀਂ ਜਿੰਨਾ ਚਿਰ ਸਾਡੇ ਕਾਨੂੰਨ ਨਾ ਵਾਪਸ ਹੋਏ। ਅਸੀਂ ਇਸੇ ਵਾਸਤੇ ਬੈਠੇ ਹਾਂ। ਸਾਰਾ ਹੀ ਕਿਸਾਨ ਹਿੰਦੁਸਤਾਨ ਸਾਡੇ ਨਾਲ ਹੈ ਤੇ ਅਜੇ ਵੀ ਤੁਹਾਨੂੰ ਇਹ ਹੀ ਅਪੀਲ ਕਰ ਰਹੇ ਹਾਂ ਵੀ ਆਪਣੇ ਜਿਹੜੇ ਵਚਨ ਨੇ, ਆਪਣੇ ਜਿਹੜੇ ਸਾਡੇ ਤੇ ਥੋਪੇ ਨੇ ਸਾਡੇ ਕਾਲੇ ਕਾਨੂੰਨ, ਇਹ ਆਪਣੇ ਵਾਪਸ ਲਓ ਤੇ ਚੰਗੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਤੁਹਾਨੂੰ ਪਤਾ ਸੀ ਇੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਕੋਲ ਇੱਥੇ ਪਹੁੰਚੇ ਹੋਏ ਸੀ। ਇਹਨਾਂ ਨੇ ਬੜੀ ਸੇਵਾ ਨਿਭਾਈ ਹੈ। ਇੱਥੇ ਘੋੜੇ ਰੱਖੇ ਹੋਏ ਨੇ, ਗਸ਼ਤ ਕਰਦੇ ਨੇ ਪੂਰੇ ਅੰਦੋਲਨ ਦੀ ਕਿ ਕੋਈ 19-21 ਨਾ ਹੋ ਜਾਏ, ਸਰਕਾਰ ਅਜਿਹਾ ਕੋਈ ਕਦਮ ਨਾ ਚੁੱਕਦੇ ਜਿਹਦੇ ਨਾਲ ਕਿਸਾਨਾਂ ਦਾ ਨੁਕਸਾਨ ਹੋ ਜਾਏ। ਜਿੱਦਾਂ ਅਸੀਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਚੱਲਦਾ ਵੀਰ ਦੇ ਸਾਹਮਣੇ ਬਾਬਾ ਜੀ ਦੀ ਬੀੜ ਦੇ ਸਾਹਮਣੇ ਖੜੇ ਹੋ, ਇੱਥੇ ਪਾਠ ਚੱਲਦਾ ਹੈ, ਲੰਗਰ ਦੀ ਸੇਵਾ ਹੁੰਦੀ ਹੈ, ਘੋੜਿਆਂ ਦੀ ਸੇਵਾ ਹੁੰਦੀ ਹੈ। ਸਾਡੀ ਗੁਰੂ ਦੀ ਲਾਡਲੀ ਫੌਜਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੇ ਉੱਤੇ ਕੋਈ ਵੀ ਆਂਚ ਆਉਂਦੀ ਤਾਂ ਅਸੀਂ ਡਟ ਕੇ ਖੜੇ ਹਾਂ। ਸਾਡੇ ਉੱਤੇ ਜਿਹੜੀਆਂ ਤੋਪਾਂ ਬੰਦੂਕਾਂ ਚਲਾਉਣ, ਉਸ ਤੋਂ ਬਾਅਦ ਉਹ ਕਿਸਾਨਾਂ ਤੱਕ ਵੱਧ ਸਕਦੇ ਨੇ। ਪਹਿਲਾਂ ਅਸੀਂ ਇਹਨਾਂ ਦੀ ਢਾਲ ਬਣ ਕੇ ਖੜੇ ਹੋਏ ਹਾਂ। ਇਹਨਾਂ ਵੱਲੋਂ ਮੋਦੀ ਨੂੰ ਵੀ ਲਲਕਾਰ ਕੇ ਗੱਲ ਆਖੀ ਗਈ ਹੈ ਕਿ ਜਦੋਂ ਤੱਕ ਇਹ ਕਾਲੇ ਬਿੱਲ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਇਸੇ ਤਰ੍ਹਾਂ ਹੀ ਡਟ ਕੇ ਖੜੀਆਂ ਰਹਿਣਗੀਆਂ।